ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸ਼ੇਖ ਫਰੀਦ ਜੀ ਕੇ ਭਾਗ ਦੂਜਾ। ਫਰੀਦਾ ਦਰ ਦਰਵੇਸੀ ਗਾਖੜੀ, ਚੱਲਾਂ ਦੁਨੀਆ ਪਤ। ਬੰਨ ਉਠਾਈ ਪੋਟਲੀ, ਕਿੱਥੇ ਬੰਜਾਂ ਕਤ। ਫਰੀਦਾ ਦਰ ਦਰਵੇਸੀ ਗਾਖੜੀ, ਚੱਲਾਂ ਦੁਨੀਆ ਪਤ। ਪਿੱਛੇ ਵੀ ਆਪਾਂ ਵਿਚਾਰਦੇ ਹੀ ਆਉਨੇ ਆ ਦੋ ਪੱਖ, ਮਨਮਤ ਔਰ ਗੁਰਮਤ। ਗੁਰਮਤ ਤੇ ਆ ਕੇ ਆਪਣਾ ਨਵੇੜਾ ਹੋਣਾ, ਚੋ ਜੋਗੋ ਕਾ ਹੁਣੇ ਨਵੇੜਾ। ਮਨਮਤ ਦਾ ਤਿਆਗ। ਆਪਦੀ ਮਤ ਨਾਲ ਤਾਂ ਭਾਈ ਆਪਾਂ ਕਰ ਨਹੀਂ ਸਕਦੇ। ਉਹੀ ਬਾਬਾ ਫਰੀਦ ਜੀ ਸਮਝਾ ਰਹੇ ਨੇ ਵੀ ਆਪਾਂ ਕੋਈ ਐਸਾ ਕਰਮ ਤਾਂ ਕਰ ਨਹੀਂ ਰਹੇ, ਆਤਮ ਕਰਮ, ਜਿਹਦੇ ਨਾਲ ਆਪਣਾ ਸੰਸਾਰ ਚੋਂ ਛੁਟਕਾਰਾ ਹੋ ਜਾਵੇ। ਆ ਪੋਟਲੀ ਸਰੀਰ ਹੈ ਜਿਹੜਾ 84 ਲੱਖ ਜੋਨੀ ਦੀ ਜੇਲ੍ਹ ਹੈ ਜੀਵਾਤਮਾ ਨੂੰ, ਇਹ ਤੋਂ ਕਿਵੇਂ ਛੁਟਕਾਰਾ ਹੋਵੇ? ਉਹ ਤਾਂ ਕਰਮ ਆਪਾਂ ਕੋਈ ਵੀ ਨਹੀਂ ਕਰ ਰਹੇ। ਉਹਦੇ ਦਰ 'ਤੇ ਪਹੁੰਚਣ ਵਾਲੀ ਤਾਂ ਬਹੁਤ ਗਾਖੜੀ ਕਾਰ ਹੈ। ਗਾਖੜੀ ਹੈਗੀ ਹੈ ਜਦ ਤੱਕ ਸਾਨੂੰ ਸਮਝ ਨਹੀਂ ਆਉਂਦੀ। ਕੋਈ ਵੀ ਕੰਮ ਹੈ ਜਦ ਤੱਕ ਸਾਨੂੰ ਸਮਝ ਨਹੀਂ ਆਉਂਦਾ ਉਹ ਔਖਾ ਹੀ ਲੱਗਦਾ ਸਾਨੂੰ। ਪਰ ਇੱਥੇ ਕੁਦਰਤ ਦੀ ਕਿਰਪਾ ਰਹਿਮਤ ਹੁੰਦੀ ਹੈ, ਫਿਰ ਸਾਡਾ ਇਹ ਜਿਹੜਾ ਹੈਗਾ ਸੰਸਾਰ 'ਤੇ ਆਉਣਾ ਸਫਲ ਹੋ ਜਾਂਦਾ ਵਾ, ਜੇ ਅਸੀਂ ਗੁਰਮਤਿ ਅਨੁਸਾਰ ਚੱਲਦੇ ਹਾਂ। ਗੁਰਮਤਿ ਅਨੁਸਾਰ ਭਾਵ ਗਿਆਨ ਮਤ ਹੈ, ਇਹ ਗਿਆਨੀਆਂ ਦਾ ਮਾਰਗ ਹੈ। ਗੁਣ ਵਿਚਾਰੇ ਗਿਆਨੀ ਸੋਏ, ਗੁਣਮੇ ਗਿਆਨ ਪ੍ਰਾਪਤ ਹੋਏ। ਇਹ ਦੂਜਾ ਸ਼ਲੋਕ ਹੈ। ਪਹਿਲਾਂ ਆਪਾਂ ਪਿੱਛੇ ਵਿਚਾਰਿਆ ਸੀ, ਜਿੰਦ ਨਿਵਾਣੀ ਕੱਢੀਏ ਹੱਡਾਂ ਕੂਕੜ ਕਾਏ। ਉਹਦੇ ਵਿੱਚ ਆਪਾਂ ਨੂੰ ਬਾਬਾ ਫਰੀਦ ਜੀ ਨੇ ਸੰਸਾਰੀ ਪ੍ਰਮਾਣ ਦੇ ਕੇ ਸਮਝਾਇਆ, ਜਿਵੇਂ ਜਿੰਦ ਵਹੁਟੀ ਮਰਨ ਵਰ, ਜਿਵੇਂ ਵਹੁਟੀ ਨੂੰ ਪ੍ਰਾਹੁਣਾ ਵਿਆਹ ਕੇ ਲੈ ਜਾਂਦਾ, ਜਿਵੇਂ ਕੁੜੀ ਨੂੰ ਲਾੜਾ ਲੈ ਜਾਂਦਾ, ਇਵੇਂ ਜਿਹੜੀ ਮੌਤ ਹੈ ਹੁਕਮ ਲੈ ਜਾਂਦਾ। ਉਹ ਜਦੋਂ ਅਸੀਂ ਆਉਂਦੇ ਹਾਂ ਮ੍ਰਿਤ ਲੋਕ 'ਚ, ਮਰ ਲਿਖਾਏ ਮੰਡਲ ਮੇ ਆਏ ਜੀਵਨ ਸਾਜੇ ਮਾਈ, ਉਹ ਬਾਇਓਡਾਟਾ ਸਾਡਾ ਲਿਖ ਜਾਂਦਾ। ਉਹ ਸਾਹੇ ਲਿਖੇ ਨਾ ਚੱਲਣੀ। ਜੇ ਅਸੀਂ ਹੁਕਮ ਅਨੁਸਾਰ ਚੱਲਦੇ ਹਾਂ ਤਾਂ ਆਪਦੇ ਘਰ ਪਹੁੰਚ ਜਾਂਦੇ ਹਾਂ। ਜੇ ਹੁਕਮ ਦਾ ਵਿਰੋਧ ਕਰਦੇ ਹਾਂ ਫਿਰ ਉਹੀ ਜਿੰਦ ਵਹੁਟੀ ਮਰਨ ਵਰ, ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਫਿਰ ਜੰਮਣ ਮਰਨ ਨੂੰ ਚਲੇ ਜਾਂਦੇ। ਇੱਥੇ ਬਾਬਾ ਫਰੀਦ ਜੀ ਆਪਾਂ ਦੂਏ ਸ਼ਲੋਕ 'ਚ ਵੀ ਇਹੀ ਸਮਝਾ ਰਹੇ ਹਾਂ। ਫਰੀਦਾ ਹੇ ਮਨਾ ਦਰ ਦਰਵੇਸੀ ਗਾਖੜੀ, ਉਹਦੇ ਦਰ 'ਤੇ ਪਹੁੰਚਣਾ ਤਾਂ ਬੜੀ ਗਾਖੜੀ ਕਰ। ਤੂੰ ਕੰਮ ਤਾਂ ਸਾਰੇ ਸੰਸਾਰੀ ਕਰਮ ਜਿੰਨੇ ਵੀ ਕਰਦਾ ਸਰੀਰ ਕਰਕੇ ਆ ਸਾਰੇ। ਕਿਉਂਕਿ ਜਿਹੜੇ ਬਾਬਾ ਫਰੀਦ ਜੀ ਸੀ ਇਹ ਇਸਲਾਮ 'ਚੋਂ ਆਏ ਹੋਏ ਨੇ, ਜਿਵੇਂ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ। ਫਿਰ ਉਹ ਧਰਮਾਂ ਦੀ ਬੈਕਗਰਾਊਂਡ ਹੈ। ਅੱਗੇ ਆ ਜਾਣੇ ਨੇ ਆਪਾਂ ਨੂੰ ਦੂਏ ਸ਼ਲੋਕ। ਕਿਉਂਕਿ ਜਿਹੜਾ ਮੁਕਤੀ ਦਾ ਮਾਰਗ ਹੈ ਉਹ ਸਿਰਫ ਗੁਰਮਤਿ ਹੈ। ਬਾਕੀ ਸਾਰਾ ਕੀ ਹੈ? ਫਾਸਣ ਕੀ ਵਿਦ ਸਭ ਕੋ ਜਾਣੇ। ਉਹ ਤਾਂ ਆਪਾਂ ਕੀ ਵਿਚਾਰਨਾ, ਉਹ ਤਾਂ ਮੋਟਾ ਮੋਟਾ ਸਮਝਣਾ ਹੁੰਦਾ ਵੀ ਆਪਾਂ ਬਚੀਏ। ਛੁੱਟਣ ਕੇ ਕੋਈ ਉਹ ਕੀ ਹੈ? ਗੁਰਮਤਿ। ਗਿਆਨੀਆਂ ਦਾ ਮਾਰਗ ਹੈ, ਗਿਆਨ ਮਤ ਹੈ। ਬੁੱਧੀ ਮਨ ਨੂੰ ਸਮਝਾਉਂਦੀ ਹੈ, ਇਹ ਮਨ ਆਪਾਂ ਇਹੋ ਜਿਹਾ ਕੋਈ ਕਰਮ ਤਾਂ ਕਰ ਹੀ ਨਹੀਂ ਰਹੇ। ਸੰਸਾਰੀ ਕਰਮ ਕਰ ਰਹੇ, ਸਰੀਰ ਤੱਕ ਸੀਮਤ ਨੇ ਸਾਰੇ। ਗਤੀ ਆਤਮਾ ਦੀ ਹੋਣੀ ਹੈ, ਵਿਕਾਸ ਆਤਮਾ ਦਾ ਹੋਣਾ ਹੈ, ਸਰੀਰ ਦਾ ਕਰੀ ਜਾਂਦੇ ਹਾਂ। ਸਰੀਰ ਤਾਂ ਛੱਡਣਾ ਪੈਣਾ ਆਪਾਂ ਨੂੰ ਇੱਥੇ। ਮਰਨ ਲਿਖਾਏ ਮੰਡਲ ਮੇ ਆਏ ਜੀਵਨ ਸਾਜੇ ਮਾਈ। ਫਿਰ ਕਿਵੇਂ ਸਾਡਾ ਇਹ ਸੰਸਾਰ 'ਤੇ ਆਉਣਾ ਸਫਲ ਹੋਵੇ? ਜਿਹੜੀ ਇਹ ਸਾਨੂੰ ਜੇਲ੍ਹ ਹੈ 84 ਲੱਖ ਜੂਨੀ, ਇਹ ਤੋਂ ਕਿਵੇਂ ਛੁਟਕਾਰਾ ਹੋਵੇ? ਹਰ ਹਰ ਨਾਮ ਜਪੰਤਿਆਂ ਕਿਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਗੋਪਾਲ ਦਾ ਦਰਸ਼ਨ ਵੀ ਹੋ ਜਾਂਦਾ ਹੈ, ਆਤਮਾ ਆਪਦੇ ਪ੍ਰਾਤਮਾ ਮੂਲ 'ਚ ਲੈ ਹੋ ਜਾਂਦੀ ਹੈ। ਜੇ ਸਾਹੇ ਲਿਖੇ ਨਾ ਚੱਲਣੀ ਤਾਂ ਫਿਰ ਜੰਮਣ ਮਰਨ ਨੂੰ ਚਲੇ ਜਾਂਦੇ। ਫਿਰ ਕਾਲ ਆ ਜਾਂਦਾ, ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਆਨ। ਇਹ ਧਰਮ ਦੀ ਦੁਨੀਆ ਜਿਹੜੀ ਇਹ ਨਿਰਾਕਾਰ ਦੁਨੀਆ ਦਾ ਗਿਆਨ ਹੈ ਭਾਈ। ਸਾਡੀ ਮਨ ਬੁੱਧੀ ਦੀ ਪਕੜ ਤੋਂ ਪਰੇ ਦਾ ਉਹੀ ਤਾਂ ਬਾਣੀ ਆਪਾਂ ਨੂੰ ਗਿਆਨ ਕਰਾ ਰਹੀ ਹੈ
ਪਿੱਛੇ ਆਪਾਂ ਪਹਿਲੇ ਸ਼ਲੋਕ 'ਚ ਵਿਚਾਰਿਆ, ਪੁਰਸਲਾਤ ਕੰਨੀ ਨਾ ਸੁਣੀ ਆਏ। ਇਹ ਕੰਨਾਂ ਦਾ ਵਿਸ਼ਾ ਹੀ ਨਹੀਂ, ਇਹ ਅੱਖਾਂ ਦਾ ਵਿਸ਼ਾ ਹੀ ਨਹੀਂ, ਇਹ ਤਾਂ ਮਾਇਆ ਦੇ ਗਿਆਨ ਇੰਦਰੀਆ ਸਾਡੇ ਕੋਲ, ਇਹ ਤਾਂ ਰਜਦੇ ਹੀ ਨਹੀਂ ਹੈਗੇ। ਅੱਖੀਂ ਵੇਖ ਨਾ ਰਜੀਆਂ ਉਹ ਰੰਗ ਤਮਾਸੇ, ਇਹ ਕਿਵੇਂ ਰੱਜਣਗੀਆਂ? ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ। ਜਿਹੜਾ ਸਾਡੀ ਮਨ ਬੁੱਧੀ ਦੀ ਪਕੜ ਤੋਂ ਪਰੇ ਹੈ, ਉਹ ਗੁਰਸ਼ਬਦੀ, ਗੁਰਸ਼ਬਦ ਦੇ ਗਿਆਨ ਨਾਲ ਇਹ ਕਮਾਈ ਕਰਨੀ ਆਪਾਂ ਭਾਈ। ਫਰੀਦਾ ਦਰ ਦਰ ਵੇਸੀ ਗਾਖੜੀ ਚੱਲੇ ਦੁਨੀਆ ਪਾਥੇ ਮਨਾ। ਕੋਈ ਐਸਾ ਕੰਮ ਤਾਂ ਤੂੰ ਕਰ ਹੀ ਨਹੀਂ ਰਿਹਾ। ਜਿੰਨੇ ਵੀ ਕਰਮ ਕਰ ਰਹੇ ਹਾਂ ਸਾਰੇ ਸਰੀਰ ਕਰਕੇ, ਸਰੀਰ ਦੀਆਂ ਲੋੜਾਂ ਕਰਕੇ। ਅੱਗੇ ਆਪਾਂ ਨੂੰ ਆ ਜਾਣਾ, ਪਿੰਜਰ ਬਣ ਜਾਂਦੇ ਸੀ, ਐਸੀਆਂ ਭਗਤੀਆਂ ਕਰਦੇ ਸੀ, ਹਠ ਜੋ ਸਰੀਰ 'ਤੇ ਕਹਿਰ ਕਰਦੇ ਸੀ। ਪਿੱਛੇ ਆਸਾ ਕੀ ਵਾਰ ਵੀ ਆਪਾਂ ਵਿਚਾਰੀਏ, ਬਸਤਰ ਨਾ ਪਹਿਰੇ ਆਏ ਨਸ ਕਹਿਰੇ, ਕਹਿਰ ਕੀਤਾ ਸਰੀਰ 'ਤੇ। ਨਾਨਕ ਸੋ ਪ੍ਰਭ ਸਿਮਰੀ ਇਸ ਦੇਹੀ ਕੋ ਪਾਲੇ। ਦੇਹੀ ਮਿਲੀ ਸੀਗੀ ਅੰਦਰਲੀ ਬਾਹਰਲੀ ਨਾਮ ਦੀ ਪ੍ਰਾਪਤੀ ਖਾਤਰ, ਪਰ ਕਰਮ ਸਾਡੇ ਕੀ ਹੈ? ਸਾਰੇ ਮਾਇਆ ਦੇ। ਅੰਮ੍ਰਿਤ ਵੀ ਛਕ ਲੈਂਦੇ ਹਾਂ, ਗੁਰੂ ਘਰ ਵੀ ਜਾਂਦੇ ਹਾਂ, ਉੱਤੇ ਪੱਕੇ ਨਹੀਂ ਹੁੰਦੇ। ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਉਦੋਂ ਪਰਨ ਕਰਨਾ ਹੈ ਆਪਾਂ ਇਹ, ਵੀ ਅੱਜ ਤੋਂ ਬਾਅਦ ਅਸੀਂ ਗੁਰੂ ਕੇ ਹਾਂ, ਗੁਰੂ ਅਨੁਸਾਰੀ ਜੀਵਨ ਢਾਲਣਾ, ਮਨ ਨੂੰ ਮੋੜਨਾ, ਇਹੀ ਭਗਤੀ ਹੈ ਭਾਈ। ਮਨ ਜੀਤੇ ਜਗ ਜੀਤ। ਜਦ ਤੱਕ ਮਨ ਨਹੀਂ ਬੁੱਧੀ ਜਿੱਤ ਲੈਂਦੀ, ਮਾਇਆ 'ਚੋਂ ਸਾਡਾ ਛੁਟਕਾਰਾ ਨਹੀਂ ਹੁੰਦਾ। ਇਹ ਜਿਹੜੀ ਪੁਰਸਲਾਤ ਹੈ, ਨਾਦ, ਹੁਕਮ, ਨਾਮ, ਇਹ ਸਾਨੂੰ ਅੰਦਰ ਜਾ ਕੇ ਸੁਣਨਾ ਹੈ। ਉੱਥੇ ਕਿਹਨੇ ਜਾਣਾ? ਧਿਆਨ ਨੇ। ਬਾਹਰੋਂ ਤਾਂ ਆਪਾਂ ਇਹ ਗਿਆਨ ਲੈਣਾ ਹੀ ਆ ਗੁਰ ਸ਼ਬਦ ਦਾ। ਇਹੀ ਤਾਂ ਕਮਾਈ ਕਰਨੀ ਹੈ। ਕਿਰਪਾ ਕਰੇ ਤਾਂ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਉਹਦੀ ਕਿਰਪਾ ਰਹਿਮਤ ਲੈਣੀ ਹੈ। ਫਿਰ ਜਦੋਂ ਉਹਦੀ ਕਿਰਪਾ ਰਹਿਮਤ ਹੋ ਜਾਂਦੀ ਹੈ, ਗੁਰ ਕਿਰਪਾ ਸੇ ਜਨ ਜਾਗੇ ਬੋਲੇ ਅੰਮ੍ਰਿਤ ਬਾਣੀ, ਉਹਨਾਂ ਦੀ ਆਤਮਾ ਜਾਗ ਜਾਂਦੀਆਂ ਨੇ। ਇਹ ਬਾਣੀ, ਗੁਰੂ ਕਾ ਸ਼ਬਦ, ਇਹ ਜਦ ਤੱਕ ਆਤਮਾ ਜਾਗਦੀ ਨਹੀਂ, ਆਪਦੇ ਘਰ ਨਹੀਂ ਪਹੁੰਚਦੀ, ਨਾ ਸਾਨੂੰ ਸਮਝ ਆ ਸਕਦਾ, ਨਾ ਇਹਦਾ ਅਸੀਂ ਜਸ ਕਰ ਸਕਦੇ ਹਾਂ। ਜਿਹੜਾ ਅਸੀਂ ਕਰਦੇ ਹਾਂ ਆਪਦੀ ਮਾਨਵ ਸੋਚ ਨਾਲ ਕਰਦੇ ਹਾਂ। ਅਰਥ ਬੋਧ ਤਾਂ ਸਾਨੂੰ ਹੈ ਹੀ ਨਹੀਂ। ਨਿਰਾਕਾਰ ਦੁਨੀਆ ਦੇ ਨਾਂ, ਬ੍ਰਹਮ ਨਾਲ ਜੁੜੇ ਹੋਏ ਨਾਂ ਕਿਹੜੇ ਨੇ? ਸਰੀਰ ਨਾਲ ਜੁੜੇ ਅਸੀਂ ਵਰਤੀ ਜਾਂਦੇ ਹਾਂ। ਗੁਰਬਾਣੀ ਦੇ ਵਿੱਚ ਦੋਏ ਕਰ ਜੋੜ ਕਰੋ ਅਰਦਾਸ ਕਿਹਾ, ਮਨ ਚਿੱਤ ਜੋੜਨ ਨੂੰ ਕਿਹਾ, ਅਸੀਂ ਹੱਥ ਜੋੜਦੇ ਹਾਂ। ਇਹ ਤਾਂ ਬਾਹਰਲੇ ਨੇ ਸਾਡੇ, ਇਹ ਤਾਂ ਗੁਰੂ ਘਰ ਜਾ ਕੇ ਟੇਕਣੇ। ਉਦੋਂ ਉੱਥੇ ਤਾਂ ਜਾ ਕੇ ਸਿੱਖਿਆ ਲੈਣੀ ਆ ਅਸੀਂ, ਵੀ ਉਹ ਮਨ ਚਿੱਤ ਕਿਹੜੇ ਨੇ, ਉਹ ਪੁੰਨਿਆ ਕਿਹੜੀ ਹੈ। 15 ਤਿੱਥ 7 ਵਾਰ ਕਹੋ ਕਬੀਰ ਔਰ ਵਾਰ ਨਾ ਪਾਰ। ਇੱਥੇ ਦਾ ਸਾਨੂੰ ਗਿਆਨ ਨਹੀਂ, ਪਾਰ ਦਾ ਕੀ ਹੋਣਾ, ਉਹ ਆਪਾਂ ਲੈਣਾ ਭਾਈ। ਫਿਰ ਸਾਡਾ ਸੰਸਾਰ 'ਤੇ ਛੁਟਕਾਰਾ ਹੋਣਾ ਵਾ। ਜਿਹੜੀ ਪੋਟਲੀ ਹੈ ਸਰੀਰ, ਇਹ ਆਤਮਾ ਨੇ ਗਲੋਂ ਲਾਉਣੀ ਹੈ। ਜਿਹੜੇ ਉਹ ਕਹਿੰਦੇ ਨੇ ਵੀ ਹੱਥ ਨੂੰ ਚਿੰਬੜ ਗਿਆ ਪੈਰੋਂ, ਇਹੀ ਹੈ ਬੁੱਧੀ ਨੂੰ ਚਿੰਬੜਿਆ ਹੋਇਆ ਮਨ। ਮਨ ਕੀ ਹੈ? ਇੱਛਾ। ਜਦੋਂ ਇੱਛਾ ਤੋਂ ਮੁਕਤ ਹੋ ਜਾਂਦਾ, ਫਿਰ ਬੁੱਧੀ ਆਪਦੇ ਮੂਲ 'ਚ ਪ੍ਰਾਤਮਾ 'ਚ ਲੈ ਹੁੰਦੀ ਹੈ। ਫਿਰ ਇਹ ਪੋਟਲੀ ਸਰੀਰ ਤੋਂ ਸਾਡਾ ਛੁਟਕਾਰਾ ਹੁੰਦਾ। ਇਹ ਦੇਹੀ ਪ੍ਰਵਾਨ ਹੋਈ ਜਿਹਨੇ ਸਤਿਗੁਰ ਸਿਉ ਚਿੱਤ ਲਾਇਆ, ਫਿਰ ਇਹ ਪ੍ਰਵਾਨ ਹੁੰਦੀ ਹੈ, ਅੰਦਰਲੀ ਵੀ ਬਾਹਰਲੀ ਵੀ। ਫਿਰ ਨਹੀਂ ਲੋੜ ਪੈਂਦੀ ਆਪਾਂ ਨੂੰ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਇਹ ਕਰਮ ਹੈ ਆਤਮਾ ਕਰਕੇ। ਆਤਮ ਗਿਆਨ ਹੈ ਬਾਣੀ, ਬ੍ਰਹਮ 'ਚ ਲੀਨ ਹੋਣਾ ਆਪਾਂ। ਇਹ ਆਤਮ ਕਰਮ ਹੈ, ਉਹ ਤਾਂ ਅਸੀਂ ਕਰਦੇ ਹੀ ਨਹੀਂ ਹੈਗੇ। ਉਹੀ ਬਾਬਾ ਫਰੀਦ ਜੀ ਨੇ ਸਮਝਾਇਆ ਵੀ ਫਿਰ ਮੁਕਤੀ ਕਿਵੇਂ ਮਿਲੂ ਭਾਈ? ਇਹ ਮੁਕਤੀ ਦਾ ਘਰ ਹੈ। ਨਾਨਕ ਕੇ ਘਰ ਕੇਵਲ ਨਾਮ, ਹੁਕਮ ਦਾ ਦਰਸ਼ਨ ਹੋਣਾ ਇੱਥੇ ਆਪਾਂ ਨੂੰ। ਅੱਖਾਂ ਨਾਲ ਨਹੀਂ, ਕੰਨਾਂ ਦਾ ਵਿਸ਼ਾ ਨਹੀਂ, ਬੁੱਧੀ ਨੂੰ ਦਰਸ਼ਨ ਹੋਣਾ ਹੈ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। 4 ਦਰਸ਼ਨ ਆ ਗਏ, 4 ਲਾਵਾਂ ਆ ਗਈਆਂ, 4 ਖਾਣੀਆਂ, 4 ਬਾਣੀਆਂ, 4 ਪਦਾਰਥ। ਪਰ ਸਾਡੇ ਕਰਮ, ਬਾਬਾ ਜੀ ਫਰੀਦ ਜੀ ਕੀ ਕਹਿੰਦੇ ਆ? ਉਹੀ ਸੰਸਾਰੀ ਚੱਲਾਂ ਦੁਨੀਆ ਪਤ ਨਹੀਂ ਪਾਈ। ਜਦੋਂ ਅਸੀਂ ਧਰਮ ਧਾਰਦੇ ਹਾਂ, ਸੰਸਾਰ ਤੋਂ ਵੱਖਰਾ ਹੋਣਾ ਅਸੀਂ। ਧਰਮ ਧਾਰਨ ਦਾ ਮਤਲਬ ਕੀ ਹੋਇਆ ਫਿਰ? ਜੇ ਸੰਸਾਰ ਨਹੀਂ ਜੁੜੇ ਹੋਏ, ਫਿਰ ਧਰਮ ਵੀ ਧਾਰਿਆ, ਅੰਮ੍ਰਿਤ ਵੀ ਛਕਿਆ, ਗੁਰੂ ਦੀ ਗੱਲ ਤਾਂ ਮੰਨੀ ਨਹੀਂ। ਫਿਰ ਤੋਂ ਆਸਾ ਕੀ ਵਾਰ ਵਾਲਾ ਹੋਊ ਆਪਣੇ ਨਾਲ। ਸਲਾਮ ਜਵਾਬ ਦੋਵੇਂ ਘਰੇ ਮੁੱਢੋਂ ਕੁੱਥਾ ਜਾਏ। ਨਾਨਕ ਦੋਵੇਂ ਕੁੜੀਆਂ ਥਾਈ ਨਾ ਕਾਈ ਪਾਏ। ਫਿਰ ਲੋਕ ਤੇ ਪਰਲੋਕ ਗਏ। ਭਗਤ ਨਾਮਦੇਵ ਜੀ ਵੀ ਉਹੀ ਸਮਝਾਉਂਦੇ ਨੇ। ਚਿਰੰਕਾਲ ਨਾ ਜੀਵੇ ਦੋ ਕੁਲ ਲਜੈ, ਸਾਹਿਬ ਸੰਕਟੇ ਸੇਵਕ ਭਜੈ। ਕਹਿੰਦੇ ਕਿੱਧਰ ਭੱਜੋਗੇ ਫਿਰ?
ਫਰੀਦਾ ਗੌਰ ਨਿਮਾਣੀ ਸੰਢ ਕਰੇ, ਘਰਿਆਂ ਘਰ ਆਓ, ਸਰ ਪਰ ਇੱਥੇ ਆਵਣਾ ਮਰਨੋਂ ਨਾ ਡਰਿਆਓ। ਜੇ ਭਾਈ ਆਪਾਂ ਇਹ ਭਗਤੀ ਨਾ ਕੀਤੀ, ਸਰੀਰ ਦੇ ਵਿੱਚ ਰਹਿੰਦਿਆਂ ਇਹ ਸਰੀਰ ਤੋਂ ਮੁਕਤੀ ਨਾ ਲਈ ਆਤਮਾ ਨੇ, ਤਾਂ ਫਿਰ ਕਿਹੜਾ ਸਾਨੂੰ ਕਾਲ ਛੱਡ ਦੂਗਾ ਭਾਈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਬਾਬਾ ਫਰੀਦ ਜੀ ਆਪਾਂ ਨੂੰ ਕੀ ਸਮਝਾਉਣਾ ਚਾਹੁੰਦੇ ਨੇ? ਫਰੀਦਾ ਦਰ ਦਰਵੇਸੀ ਗਾਖੜੀ, ਚੱਲੈ ਦੁਨੀਆ ਪਤ ਹੈ ਮਨਾ, ਸਾਰੇ ਕਰਮ ਦੁਨੀਆ ਵਾਲੇ ਕਰੀ ਜਾਂਦਾ। ਫਿਰ ਆਪਣਾ ਛੁਟਕਾਰਾ ਇੱਥੋਂ ਕਿਵੇਂ ਹੋਊਗਾ? ਬੰਨ ਉਠਾਈ ਪੋਟਲੀ, ਜਿਹੜੇ ਸਰੀਰ ਹੈ ਆਤਮਾ ਦੇ ਗਲ 'ਚ ਪੈ ਗਈ। ਘੜੀਆਂ ਸਭੇ ਗੋਪੀਆਂ ਪਹਿਰ ਕਰਨ ਗੋਪਾਲ, ਇਹ ਗੋਪੀ ਨੇ ਕੀ ਪਾ ਲਏ? ਗਹਿਣੇ ਪੌਣ ਪਾਣੀ ਵੇ ਸੰਤਰ, ਪੌਣ ਪਾਣੀ ਅਗਨੀ ਦਾ ਸਰੀਰ ਆ ਗਲ 'ਚ ਪਾ ਲਿਆ ਗੋਪੀ ਨੇ। ਇਹ ਕਿਵੇਂ ਲਾਵਾਂਗੇ ਭਾਈ? ਉਹੀ ਬਾਬਾ ਫਰੀਦ ਜੀ ਸਮਝਾ ਰਹੇ ਨੇ। ਇਹ ਮੁਕਤੀ ਦਾ ਘਰ ਹੈ, ਨਾਨਕੇ ਕਰਕੇ ਬਣਾਓ, ਸਾਰੇ ਮਿਲ ਕੇ ਇਹ ਮੁਕਤੀ ਪ੍ਰਾਪਤ ਕਰੀਏ ਆਪਾਂ। ਗੁਰ ਸ਼ਬਦ 'ਚੋਂ ਆਪਾਂ ਨੂੰ ਗਿਆਨ ਹੋਊਗਾ। ਪਹਿਲਾ ਪਦਾਰਥ ਆਪਣਾ ਗਿਆਨ ਹੈ, ਉਹ ਗਿਆਨ ਦਰਸ਼ਨ ਹੈ, ਮਾਰਗ ਦਰਸ਼ਨ ਕਹਿ ਲਈਏ ਆਪਾਂ। ਬਾਣੀ ਗੁਰਦਰਸ਼ਨ ਹੈ ਭਾਈ। ਫਿਰ ਇੱਛਾ ਬਦਲ ਜਾਂਦੀਆਂ ਨੇ। ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰਕ ਕੀ ਨਹੀਂ। ਪਹਿਲਾਂ ਇੱਛਾ ਸੰਸਾਰੀ ਹੁੰਦੀਆਂ, ਗੁਰ ਸ਼ਬਦ ਦੇ ਗਿਆਨ ਨਾਲ ਇੱਛਾ ਬਦਲ ਜਾਂਦੀਆਂ ਨੇ। ਇਹੀ ਭਗਤੀ ਹੈ ਭਾਈ, ਆਪਾਂ ਇਹ ਕਰਨੀ ਆ। ਫਿਰ ਆਪਦੇ ਘਰ ਪਹੁੰਚਾਂਗੇ। ਫਿਰ ਆ ਪੋਟਲੀ ਸਰੀਰ ਇੱਥੇ ਛੱਡ ਦੇਣਾ। ਛੱਡਣਾ ਤਾਂ ਪੈਣਾ ਹੀ ਆ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਪਰ ਸਰੀਰ 'ਚ ਰਹਿੰਦੇ ਆਪਾਂ ਆਪਦੇ ਘਰ ਪਹੁੰਚਣਾ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਕੁ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।